ਸਵਾਲ ਸੀ ਸਿੱਖ ਕਮਿਊਨਿਟੀ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕਿਹੜੇ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਕੀ ਗੱਲਾਂ ਬਾਤਾਂ ਹੋਈਆਂ? ਔਰ ਨਾਲ ਹੀ ਜਿਸ ਤਰ੍ਹਾਂ ਮਿੱਤਲ ਸਾਹਿਬ ਨੇ ਦੱਸਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਦਾ ਮਨਾ ਕੇ ਅਰਦਾਸ ਕਰਕੇ ਇਸ ਇਲੈਕਸ਼ਨ ਦਾ ਆਗਾਜ਼ ਅੱਜ ਸੋ ਇਹ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਨਹੀਂ, ਸਾਰੀਆਂ ਪੋਲੀਟੀਕਲ ਪਾਰਟੀ ਦਾ ਵਿਰੋਧ ਕਰ ਰਹੇ ਹੈ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਸਲਾ ਜਲਦੀ ਤੋਂ ਜਲਦੀ ਕਿਸਾਨਾਂ ਦਾ ਹੱਲ ਹੋਵੇ ਔਰ ਕਿਸਾਨਾਂ ਦਾ ਹੱਲ ਮਸਲਾ ਹੋਣ ਦੇ ਨਾਲ ਹੀ ਕਿਸਾਨ ਦੇ ਵਿੱਚ ਖੁਸ਼ਹਾਲੀ ਵੀ ਆਏਗੀ, ਪੰਜਾਬ ਦਾ ਮਾਹੌਲ ਠੀਕ ਹੋਏਗਾ ਔਰ ਇਲੈਕਸ਼ਨ ਦਾ ਮਾਹੌਲ ਬਣੇਗਾ। ਦੱਸੇਗਾ ਕਿ ਪਾਰਟੀ ਜਿਹੜੀ ਹੈ ਉਹਦਾ ਕਾਫੀ ਮਜ਼ਬੂਤ ਇੱਥੇ ਆਧਾਰ ਹੈ, ਐਸੀ ਕੋਈ ਗੱਲ ਨਹੀਂ ਹੈ। ਉਹ ਕਿਸਾਨਾਂ ਦੇ ਹੱਕ ਦੇ ਵਾਸਤੇ ਨਹੀਂ ਲੜ ਰਹੇ, ਜਿਹੜੇ ਇਹਨਾਂ ਸਮਰਥਨ ਦੇ ਰਹੇ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਇਸ ਗੱਲ ਤੇ ਵੀ ਮੋਦੀ ਸਾਹਿਬ ਨੂੰ ਕਿਵੇਂ ਢਾਈਏ। ਮੋਦੀ ਸਾਹਿਬ ਢਹਿੰਦੇ ਨਹੀਂ ਉਹਨਾਂ ਤੋਂ, ਇਕੱਠੇ ਹੋ ਕੇ ਵੀ ਨਹੀਂ ਢਹਿੰਦੇ, ਇਕੱਲੇ ਵੀ ਨਹੀਂ ਢਹਿੰਦੇ। ਸੋ ਇਸ ਕਰਕੇ ਮੋਦੀ ਸਾਹਿਬ ਤਾਂ ਹੁਣ ਜਮੇ ਪਏ ਆ। ਮੋਦੀ ਸਾਹਿਬ ਨੇ ਤਾਂ ਦੁਨੀਆ ਵੀ ਨਾਲ ਲਾ ਲਈ। ਉਹਨਾਂ ਨੂੰ ਲੱਗਦਾ ਵੀ ਸਾਡਾ ਸਿੱਖ ਭਾਈਚਾਰਾ ਘਟੀ ਜਾਂਦਾ, ਉਹ ਤਾਂ ਉਹ ਵੀ ਘਟ ਗਿਆ। ਸਿੱਖ ਭਾਈਚਾਰਾ ਕਿਸਾਨ ਅੰਦੋਲਨ ਕਰਕੇ ਨਹੀਂ ਉਹਨਾਂ ਨਾਲੋਂ ਘਟਿਆ, ਸਾਡੇ ਨਾਲ ਵੀ ਤਾਂ ਕਿਸਾਨ ਸਿੱਖ ਭਾਈਚਾਰਾ ਹੈਗਾ। ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਉਹਦੇ ਕਰਕੇ ਸਿੱਖ ਮਾਫ ਨਹੀਂ ਕਰ ਰਿਹਾ। ਕਿ ਤੌਰ ਤੇ ਤੋੜ ਵਿਛੋੜਾ ਹੋ ਗਿਆ ਜਾਂ ਕਦੇ ਹੱਥ ਮਿਲਾਏ ਜਾ ਸਕਦੇ ਅਕਾਲੀ ਦਲ ਦੇ ਨਾਲ ਦੁਬਾਰਾ? ਕੋਈ ਸੰਭਾਵਨਾ ਹੈ ਨਹੀਂ, ਕਿਉਂਕਿ ਸੁਖਬੀਰ ਨੇ ਤਾਂ ਇੰਨੇ ਦੂਰ ਕਰਤੇ ਸਾਰੇ, ਉਹਨੇ ਤਾਂ ਆਪਣੇ ਭਰਾ ਦੂਰ ਕਰਤੇ, ਅਸੀਂ ਤਾਂ ਦੂਰ ਪੈਣੇ ਆ। ਜਿਹੜੇ ਅਕਾਲੀ ਦਲ ਅਲੱਗ ਬਣਿਆ ਉਹ ਇਹਦੀ ਪ੍ਰਧਾਨਗੀ 'ਚ ਹੋਇਆ। 2022 ਦੇ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਪੂਰੀ ਤਿਆਰੀ ਕਰ ਲਈ ਹੈ ਔਰ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਅੰਦਰ, ਜਿੱਥੇ ਸਭ ਤੋਂ ਪਹਿਲਾਂ ਮੀਟਿੰਗ ਕੀਤੀ ਗਈ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ ਔਰ ਸੁਖਮਨੀ ਸਾਹਿਬ ਦਾ ਪਾਠ ਕਰਕੇ ਹੀ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮਦਨ ਮੋਹਨ ਮਿੱਤਲ ਸਾਹਿਬ ਸਾਡੇ ਨਾਲ ਨੇ, ਸੀਨੀਅਰ ਆਗੂ ਨੇ ਬੀਜੇਪੀ ਦੇ, ਔਰ ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਨੁਮਾਇੰਦੇ ਉਹਨਾਂ ਨੂੰ ਲੈ ਕੇ ਕੀ ਗੱਲਾਂ ਹੋਈਆਂ, तमाम ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਿੱਤਲ ਸਾਹਿਬ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੀ ਮੀਟਿੰਗ? ਇੰਪੋਰਟੈਂਟ ਮੀਟਿੰਗ ਸੀਗੀ, ਗਜਿੰਦਰ ਸਿੰਘ ਸ਼ੇਖਾਵਤ ਜਾਂ ਬੀਜੇਪੀ ਦੀ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈ ਕੇ ਬੈਠੀ ਹੈ। 400 ਸਾਲਾ ਜਿਹੜੇ ਗੁਰੂ ਤੇਗ ਬਹਾਦਰ ਜੀ ਦਾ ਚੱਲ ਰਿਹਾ ਹੈ, ਉਸ ਸੰਬੰਧ ਵਿੱਚ ਅੱਜ ਸੁਖਮਨੀ ਸਾਹਿਬ ਦਾ ਪਾਠ ਕੀਤਾ। ਉਹ ਜ਼ਰੂਰੀ ਥਾ। ਵੈਸੇ ਵੀ ਜੇ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਪਹਿਲੇ ਕੋਈ ਧਾਰਮਿਕ ਪ੍ਰੋਗਰਾਮ ਕੀਤਾ ਜਾਵੇ, ਉਹ ਸ਼ੁਭ ਕਾਮਨਾਵਾਂ ਹੁੰਦੀਆਂ, ਉਹਦਾ ਨਾਲ ਆਸ਼ੀਰਵਾਦ ਵੀ ਮਿਲਦਾ ਹੈ। ਜਦੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਹੈ ਤੇ ਸਾਨੂੰ ਗੁਰੂ ਸਾਹਿਬਾਨ ਨੇ ਵੀ ਆਸ਼ੀਰਵਾਦ ਦਿੱਤਾ। ਸੋ ਉਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਆਪਣੇ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ। ਪਹਿਲੀ ਮੀਟਿੰਗ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਹੋਈ ਹੈ ਜਾਂ ਜਿੰਨੇ ਵੀ ਨੁਮਾਇੰਦੇ ਬੈਠੇ ਸੀ? ਭਾਈਚਾਰੇ ਨਾਲ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਦਾ ਵਿਚਾਰ ਜਾਣਨ ਵਾਸਤੇ ਵੀ ਉਹ ਕਿਆ ਸੋਚਦੇ ਆ ਭਾਰਤੀ ਜਨਤਾ ਪਾਰਟੀ ਬਾਰੇ, ਉਹਨਾਂ ਨੂੰ ਖੁੱਲ੍ਹਾ ਮੌਕਾ ਦਿੱਤਾ ਗਿਆ, ਪੂਰਾ ਟਾਈਮ ਦਿੱਤਾ ਗਿਆ। ਉਹਦੇ ਵਿੱਚ ਲੋਕਾਂ ਨੇ ਆਪਣੇ ਵਿਚਾਰ ਰੱਖਿਆ, ਉਹਨਾਂ ਦਾ ਜਿਹੜੇ ਪ੍ਰਸ਼ਨ ਤੇ ਉਹਨਾਂ ਦਾ ਸਮਾਧਾਨ ਵੀ ਸਾਡੀ ਲੀਡਰਸ਼ਿਪ ਨੇ ਕੀਤਾ। ਮੇਨਲੀ ਕੀ ਸਵਾਲ ਕੀ ਸੀਗੇ ਉਹਨਾਂ ਦੇ? ਸਰਦਾਰ ਸਾਹਿਬ, ਕੀ ਸਵਾਲ ਸੀ? ਸਿੱਖ ਕਮਿਊਨਿਟੀ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕਿਹੜੇ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਕੀ ਗੱਲਾਂ ਬਾਤਾਂ ਹੋਈਆਂ? ਜਿਹੜੇ ਪੰਜਾਬ ਸਾਰੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਿੱਖ ਜੁੜੇ ਹੋਏ ਨੇ, ਸਾਰੇ ਪੰਜਾਬ ਤੋਂ ਅੱਜ ਉਹ ਆਈ ਸੀ ਔਰ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਆਈ ਹੈ, ਜਿਹੜੇ ਇਲੈਕਸ਼ਨ ਇੰਚਾਰਜ ਬਣੇ ਨੇ, ਉਹਨਾਂ ਨੇ ਸਾਰੇ ਹੀ ਜਿਹੜੇ ਹਰਦੀਪ ਸਿੰਘ ਪੁਰੀ ਔਰ ਸੀਨੀਅਰ ਨੇਤਾ ਮੀਨਾਕਸ਼ੀ ਲੇਖੀ ਔਰ MP ਤੋਂ ਗੁਜਰਾਤ ਤੋਂ ਇੱਕ ਮੈਂਬਰ ਪਾਰਲੀਮੈਂਟ ਨੇ, ਉਹ ਵੀ ਆਏ ਸੀਗੇ। ਉਹਨਾਂ ਸਾਰਿਆਂ ਨੇ ਉਹਨਾਂ ਨੂੰ ਗੱਲਬਾਤ ਕੀਤੀ ਹੈ ਕਿ ਅਸੀਂ ਸਾਰੇ ਪੂਰੇ ਪੰਜਾਬ ਦੇ ਨਾਲ ਹੈ ਔਰ ਸਾਡੀਆਂ ਜਿਹੜੀਆਂ ਪਾਲਿਸੀਜ਼ ਨੇ ਭਾਰਤੀ ਜਨਤਾ ਪਾਰਟੀ ਦੀਆਂ, ਉਹ ਪੰਜਾਬ ਦੇ ਹਿੱਤ ਵਿੱਚ ਨੇ। ਨਾ ਅਸੀਂ ਕਿਸਾਨਾਂ ਦੇ ਖਿਲਾਫ ਹੈ, ਨਾ ਕਿਸੇ ਕਮਿਊਨਿਟੀ ਦੇ ਖਿਲਾਫ ਹੈ। ਸੋ ਇਸ ਕਰਕੇ ਇੱਕ ਬਿਗਲ ਵਜਾਇਆ ਗਿਆ ਕਿ ਅੱਜ ਦੇ ਦਿਨ ਪਹਿਲੀ ਵਾਰੀ ਪੰਜਾਬ ਦਾ ਜਿਹੜੀ 2022 ਦੀ ਚੋਣਾਂ ਨੇ, ਉਹਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਔਰ ਉਹਦੇ ਵਿੱਚ ਸਾਰੇ ਸਿੱਖ ਭਾਈਚਾਰੇ ਨੂੰ ਨਾਲ ਲਿਆ ਗਿਆ ਔਰ ਨਾਲ ਹੀ ਜਿਸ ਤਰ੍ਹਾਂ ਮਿੱਤਲ ਸਾਹਿਬ ਨੇ ਦੱਸਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਦਾ ਮਨਾ ਕੇ ਅਰਦਾਸ ਕਰਕੇ ਇਸ ਇਲੈਕਸ਼ਨ ਦਾ ਆਗਾਜ਼ ਅੱਜ ਸ਼ੁਰੂ ਹੋਇਆ। ਪਿੰਡਾਂ ਦੇ ਵਿੱਚ ਮਾਹੌਲ ਕੀ ਕਹਿੰਦਾ? ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿ ਪਿੰਡਾਂ ਦੇ ਵਿੱਚ ਤਾਂ ਵੱਡੇ ਪੱਧਰ ਤੇ ਵਿਰੋਧ ਹੈ? ਕਮਿਊਨਿਟੀ ਦੇ ਸਾਰੇ ਲੋਕ ਜਾਂ ਇਕੱਲੇ ਸਿੱਖ ਕਮਿਊਨਿਟੀ ਨਹੀਂ, ਹੋਰ ਵੀ ਭਾਈਚਾਰਿਆਂ ਦੇ ਲੋਕ ਜਿਹੜੇ ਆ ਦਿੱਲੀ ਦੇ ਬਾਰਡਰ ਤੇ ਬੈਠੇ ਆ, ਤੁਹਾਨੂੰ ਲੱਗਦਾ ਇਸ ਮਸਲੇ ਦਾ ਹੱਲ ਹੋਊਗਾ, ਉਸ ਤੋਂ ਬਾਅਦ ਅੱਗੇ ਗੱਲ ਵਧੂਗੀ, ਜਾਂ ਠੀਕ ਹੈ ਉਹ ਮਸਲਾ ਵੀ ਇੱਕ ਪਾਸੇ ਪਿਆ ਰਹੂ, ਦੂਸਰੇ ਬੰਨੇ ਇਲੈਕਸ਼ਨ ਦੀ ਤਿਆਰੀ ਚੱਲਦੀ ਰਹੇਗੀ? ਦੇਖੋ, ਇਸ ਵੇਲੇ ਕਿਸਾਨ ਭਾਈ ਜਿਹੜਾ ਹੈ, ਉਹਨਾਂ ਨੇ ਹਰ ਪੋਲੀਟੀਕਲ ਪਾਰਟੀ ਦਾ ਵਿਰੋਧ ਕੀਤਾ ਹੋਇਆ ਕਿ ਅਸੀਂ ਕੋਈ ਰੈਲੀ ਜਾਂ ਪਿੰਡਾਂ ਵਿੱਚ ਹੋਰ ਕੋਈ ਕੰਮ ਨਹੀਂ ਹੋਣ ਦੇਣਾ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ। ਇੱਕ ਪਾਸੇ ਇਲੈਕਸ਼ਨ ਦਾ ਟਾਈਮ ਹੈ, ਉਹ ਇਲੈਕਸ਼ਨ ਕਮਿਸ਼ਨ ਨੇ ਉਹਦਾ ਚਾਰਾ ਕਰਨਾ ਹੈ, ਇਲੈਕਸ਼ਨ ਕਮਿਸ਼ਨ ਨੂੰ ਚਲਾਉਣਾ ਹੈ। ਸੋ ਇਹ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਨਹੀਂ, ਸਾਰੀਆਂ ਪੋਲੀਟੀਕਲ ਪਾਰਟੀ ਦਾ ਵਿਰੋਧ ਕਰ ਰਹੇ ਹੈ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਸਲਾ ਜਲਦੀ ਤੋਂ ਜਲਦੀ ਕਿਸਾਨਾਂ ਦਾ ਹੱਲ ਹੋਵੇ
ਔਰ ਕਿਸਾਨਾਂ ਦਾ ਹੱਲ ਮਸਲਾ ਹੋਣ ਦੇ ਨਾਲ ਹੀ ਕਿਸਾਨ ਦੇ ਵਿੱਚ ਖੁਸ਼ਹਾਲੀ ਵੀ ਆਏਗੀ, ਪੰਜਾਬ ਦਾ ਮਾਹੌਲ ਠੀਕ ਹੋਏਗਾ ਔਰ ਇਲੈਕਸ਼ਨ ਦਾ ਮਾਹੌਲ ਬਣੇਗਾ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਗੱਲਾਂ ਬਾਤਾਂ ਰੱਖੀਆਂ ਹੋਣੀਆਂ, ਲੀਡਰਸ਼ਿਪ ਕੀ ਕਹਿੰਦੀ ਹੈ, ਤੁਸੀਂ ਕੀ ਕੀ ਗੱਲਾਂ ਬਾਤਾਂ ਰੱਖੀਆਂ ਫਿਰ ਉਹਨਾਂ ਦੇ ਨਾਲ? ਦੇਖੋ, ਸਾਡੀਆਂ ਕੁਝ ਗੱਲਾਂ ਇੰਟਰਨਲ ਪਾਰਟੀ ਦੀਆਂ ਹੁੰਦੀਆਂ ਨੇ, ਇਹ ਗੱਲਾਂ ਓਪਨ ਪਬਲਿਕ ਨਹੀਂ ਕਰਨ ਵਾਲੀਆਂ ਹੁੰਦੀਆਂ, ਲੇਕਿਨ ਇਹ ਹੈ ਕਿ ਤੁਹਾਨੂੰ ਇਹ ਦੱਸ ਦਿੱਤਾ ਗਿਆ ਕਿ ਅੱਜ ਦਾ ਇਲੈਕਸ਼ਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੀ ਪਾਰਟੀ ਨੇ ਉਹਦੀ ਸ਼ੁਰੂਆਤ ਕਰ ਦਿੱਤੀ ਹੈ। ਸਿਚੁਏਸ਼ਨ ਕੀ ਦੇਖਦੇ ਹੋ ਸਰਦਾਰ ਸਾਹਿਬ ਬੀਜੇਪੀ ਦੀ ਪੰਜਾਬ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ? ਅਸੀਂ ਬੜੀ ਅੱਛੀ ਸਿਚੁਏਸ਼ਨ ਸਮਝਦੇ ਹਾਂ ਕਿ ਸਾਨੂੰ ਜਿਹੜੇ ਲੋਕ ਸਾਡੀਆਂ ਨੀਤੀਆਂ ਦੇ ਨਾਲ ਜੁੜੇ ਹੋਏ ਨੇ, ਉਹ ਲੋਕ ਜਿਹੜੇ ਨੇ ਉਹ ਪਾਰਟੀ ਦੇ ਨਾਲ ਖੜੇ ਹੈ, ਔਰ ਇਹ ਤੁਹਾਨੂੰ ਵਕਤ ਦੱਸੇਗਾ ਕਿ ਪਾਰਟੀ ਜਿਹੜੀ ਹੈ ਉਹਦਾ ਕਾਫੀ ਮਜ਼ਬੂਤ ਇੱਥੇ ਆਧਾਰ ਹੈ, ਐਸੀ ਕੋਈ ਗੱਲ ਨਹੀਂ ਹੈ। ਖੇਤੀਬਾੜੀ ਕਾਨੂੰਨ ਨੂੰ ਲੈ ਕੇ ਜੋ ਅੰਦੋਲਨ ਚੱਲ ਰਿਹਾ ਉਸ ਮਸਲੇ ਦਾ ਵੀ ਹੱਲ ਹੋਏਗਾ, ਉਸ ਨੂੰ ਲੈ ਕੇ ਹੋਈ ਗੱਲਬਾਤ? ਸਾਨੂੰ ਪੂਰੀ ਉਮੀਦ ਹੈ ਕਿ ਉਸ ਮਸਲੇ ਦਾ ਹੱਲ ਜਲਦੀ ਹੋਏਗਾ ਔਰ ਬਹੁਤ ਜਲਦੀ ਇਲੈਕਸ਼ਨ ਤੋਂ ਪਹਿਲਾਂ ਉਹ ਮਾਹੌਲ ਬਣੇਗਾ। ਸਿੱਖ ਭਾਈਚਾਰੇ ਦੇ ਲੋਕ ਖੜੇ ਨਜ਼ਰ ਆਉਣਗੇ ਬੀਜੇਪੀ ਨਾਲ? ਜੀ ਬਿਲਕੁਲ ਖੜੇ ਨਜ਼ਰ ਆਉਣਗੇ। ਜਿਹੜਾ ਵਿਰੋਧ ਹੈ ਘਟੂਗਾ ਲੱਗਦਾ ਫਿਰ, ਜਿਸ ਤਰ੍ਹਾਂ ਹੁਣ ਵਿਰੋਧ ਹੋ ਰਿਹਾ? ਜਦੋਂ ਇਹ ਮਸਲਾ ਹੱਲ ਹੋ ਜਾਏਗਾ ਤੇ ਵਿਰੋਧ ਖਤਮ ਹੋ ਜਾਏਗਾ, ਘਟੇਗਾ ਨਹੀਂ, ਖਤਮ ਹੀ ਹੋ ਜਾਏਗਾ। ਠੀਕ ਹੈ ਮਿੱਤਲ ਸਾਹਿਬ, ਤੁਸੀਂ ਕਿੱਦਾਂ ਦੇਖਦੇ ਹੋ ਲੰਬਾ ਤਜਰਬਾ ਸਿਆਸਤ ਦਾ ਔਰ ਅੰਦੋਲਨ ਇੱਕ ਬੰਨੇ ਚੱਲ ਰਿਹਾ, ਉਸ ਨੂੰ ਲੈ ਕੇ ਵੀ ਸਰਦਾਰ ਸਾਹਿਬ ਵੀ ਕਹਿ ਰਹੇ ਆ, ਗੱਲਬਾਤ ਹੋਈ ਉਸ ਨੂੰ ਲੈ ਕੇ ਵੀ? ਕਿਉਂਕਿ ਕੁਝ ਆਗੂ ਕਹਿ ਰਹੇ ਨੇ, ਕੁਝ ਸਿਆਸਤਦਾਨ ਕਹਿ ਰਹੇ ਨੇ ਕਿ ਇਸ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ, ਬਹੁਤ ਜਲਦੀ ਮਸਲਾ ਹੱਲ ਹੋਣ ਜਾ ਰਿਹਾ। ਦੇਖੋ, ਮੈਨੂੰ ਤਾਂ ਪੂਰੀ ਉਮੀਦ ਹੈ, ਕਿਉਂਕਿ ਅਗਰ ਨੀਤਾਂ ਠੀਕ ਹੋਣ ਨਾ ਤਾਂ ਭਾਗ ਵੀ ਠੀਕ ਹੋਣਾ ਹੈ। ਸਾਡੀ ਸਰਕਾਰ ਦੀਆਂ ਨੀਤਾਂ ਠੀਕ ਹੈ, ਸਾਡੇ ਪ੍ਰਧਾਨ ਮੰਤਰੀ ਦੀ ਨੀਅਤ ਠੀਕ ਹੈ, ਬਾਕੀ ਉਹਨਾਂ ਦੀ ਟੀਮ ਦੀ ਨੀਅਤ ਠੀਕ ਹੈ, ਰਾਸ਼ਟਰੀ ਅਧਿਕਸ਼ ਦੀ ਨੀਅਤ ਠੀਕ ਹੈ, ਪੰਜਾਬ ਦੀ ਟੀਮ ਦੀ ਨੀਅਤ ਠੀਕ ਹੈ। ਸੋ ਇਸ ਕਰਕੇ ਇਹ ਤਾਂ ਟਾਈਮ ਦੀ ਖਰਾਬ ਸੀ, ਜਿਹਦੇ ਕਰਕੇ ਲੜਾਈ ਨਹੀਂ ਮੁੱਕੀ। ਜਾਂ ਕੁਝ ਲੋਕ ਵਿੱਚ ਐਸੇ ਆ ਗਏ ਜਿਹੜੇ ਕਿ ਮੁੱਕਣ ਨਹੀਂ ਦਿੰਦੇ। ਪੋਲੀਟੀਕਲ ਪਾਰਟੀਆਂ ਉਹ ਕਿਸਾਨਾਂ ਦੇ ਹੱਕ ਦੇ ਵਾਸਤੇ ਨਹੀਂ ਲੜ ਰਹੇ, ਜਿਹੜੇ ਨਾਲ ਸਮਰਥਨ ਦੇ ਰਹੇ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਇਸ ਗੱਲ ਤੇ ਵੀ ਮੋਦੀ ਸਾਹਿਬ ਨੂੰ ਕਿਵੇਂ ਢਾਈਏ। ਮੋਦੀ ਸਾਹਿਬ ਢਹਿੰਦੇ ਨਹੀਂ ਉਹਨਾਂ ਤੋਂ, ਇਕੱਠੇ ਹੋ ਕੇ ਵੀ ਨਹੀਂ ਢਹਿੰਦੇ, ਇਕੱਲੇ ਇਕੱਲੇ ਵੀ ਨਹੀਂ ਢਹਿੰਦੇ। ਸੋ ਇਸ ਕਰਕੇ ਮੋਦੀ ਸਾਹਿਬ ਤਾਂ ਹੁਣ ਜਮੇ ਪਏ ਆ। ਮੋਦੀ ਸਾਹਿਬ ਨੇ ਤਾਂ ਦੁਨੀਆ ਵੀ ਨਾਲ ਲਾ ਲਈ। ਕਹਿੰਦੇ ਕਿ ਜੇ ਨਾ ਰੱਦ ਹੋਏ ਕਾਨੂੰਨ ਤਾਂ ਫਿਰ ਪਹਿਲਾਂ ਮਿਸ਼ਨ ਯੂਪੀ ਚਲਾਇਆ ਜਾਏਗਾ, ਪੰਜਾਬ ਦਾ ਮਿਸ਼ਨ ਵੀ ਚਲਾਇਆ ਜਾਏਗਾ, ਸਫਾਇਆ ਕਰਾਂਗੇ ਕਹਿੰਦੇ ਇਸ ਤਰ੍ਹਾਂ। ਰੱਦ ਕਰਨ ਦੀ ਲੋੜ ਨਹੀਂ ਪੈਂਦੀ, ਤਾਂ ਅਸੀਂ ਕਿਹਾ ਵੀ ਤੁਸੀਂ ਬੈਠੋ, ਜੋ ਇਹਦੇ ਤੁਹਾਨੂੰ ਕਲਾਸ ਮਾੜੀ ਲੱਗਦੀ ਹੈ ਉਹ ਬਦਲ ਦਿੰਦੇ, ਜਿਹੜੀ ਲਿਖਣੀ ਹੈ ਦੱਸੋ, ਲਿਆਓ ਤੁਸੀਂ ਲਿਖ ਕੇ ਮੀਟਿੰਗ ਬੈਠੋ, ਜਿਹੜੇ ਐਕਸਪਰਟ ਆ ਉਹ ਬੁਲਾ ਲਓ ਤੁਸੀਂ, ਹੋਰ ਜਿਹੜੇ ਤੁਹਾਨੂੰ ਐਡਵਾਈਜ਼ਰ ਚੰਗੇ ਲੱਗਦੇ ਉਹ ਬੁਲਾ ਲਓ, ਅਸੀਂ ਆਪਣੇ ਬੰਦੇ ਹੀ ਬਿਠਾ ਦਿੰਦੇ, ਬੈਠ ਕੇ ਤੈਅ ਕਰ ਲਓ ਵੀ ਕਿਆ ਕਰਨਾ, ਉਹ ਮੰਨ ਲਾਂਗੇ। ਕਿਉਂਕਿ ਦਿਲੋਂ ਸਾਡੇ ਮਨ 'ਚ ਕੋਈ ਜ਼ਿੱਦ ਨਹੀਂ ਹੈ, ਦਿਲੋਂ ਕਿਸਾਨਾਂ ਦੇ ਅਸੀਂ ਵਿਰੋਧੀ ਨਹੀਂ ਹੈ, ਜਾਂ ਜਿਹੜਾ ਸਾਡਾ ਪਾਰਟੀ ਦਾ ਫਲਸਫਾ ਹੈ, ਜਿਹੜੀ ਪਾਲਿਸੀ ਹੈ, ਉਹ ਕਿਸਾਨਾਂ ਦੇ ਵਿਰੋਧ 'ਚ ਨਹੀਂ ਹੈ, ਉਹ ਕਿਸਾਨਾਂ ਦੇ ਪੱਖ ਦੀ ਹੈ। ਸੋ ਅਸੀਂ ਤਾਂ 6000 ਵੀ ਬਿਨਾਂ ਮੰਗੇ ਦਿੱਤਾ। ਜਦੋਂ ਫਰਟੀਲਾਈਜ਼ਰ ਦੀਆਂ ਕੀਮਤਾਂ ਵਧੀਆਂ, ਹਾਲੇ ਕੋਈ ਐਜੀਟੇਸ਼ਨ ਦੇ ਵਿੱਚ ਤਾਂ ਮੰਗ ਨਹੀਂ ਆਈ ਥੀ। ਮੋਦੀ ਸਾਹਿਬ ਨੇ ਜਦ ਦੇਖਿਆ ਤਾਂ ਬਹੁਤ ਕੀਮਤਾਂ ਵੱਧ ਗਈਆਂ, ਉਹਨਾਂ ਨੇ ਆਪੇ ਘਟਾਈਆਂ ਨੇ ਘਟਾਈਆਂ। ਸੋ ਇਸ ਕਰਕੇ ਫਿਰ ਡਾਇਰੈਕਟ ਪੇਮੈਂਟ ਹੋ ਗਈ ਕਿਸਾਨਾਂ ਨੂੰ। ਕਿੱਡਾ ਬੜੀ ਉਪਲਬਧੀ ਹੈ ਜਿਹੜੀ, ਜਦੋਂ ਤੇ ਅਨਾਜ ਮੰਡੀਆਂ 'ਚ ਵਿਕਣ ਲੱਗਿਆ ਉਦੋਂ ਤੇ ਪੇਮੈਂਟ ਨਹੀਂ ਸੀ ਹੁੰਦੀ ਡਾਇਰੈਕਟ। ਹੁਣ ਡਾਇਰੈਕਟ ਸਰਕਾਰ ਨੇ ਜਿੰਨਾ ਮਾਲ ਖਰੀਦਿਆ ਘਰਾਂ 'ਚ ਪੈਸੇ ਪਹੁੰਚ ਗਏ। ਮੰਨਦੇ ਇਸ ਅੰਦੋਲਨ ਕਰਕੇ ਨੁਕਸਾਨ ਹੋਇਆ ਬੀਜੇਪੀ ਨੂੰ? ਨਹੀਂ, ਅੰਦੋਲਨ ਕਰਕੇ ਬੀਜੇਪੀ ਨੂੰ ਨੁਕਸਾਨ ਤਾਂ ਜੋ ਹੋਇਆ ਹੋਊਗਾ, ਲੇਕਿਨ ਵੈਸੇ ਹੀ ਨੁਕਸਾਨ ਹੈ। ਭਾਈਚਾਰਕ ਪਾਰਟੀ ਵੀ ਜਿਹੜੀ ਛੱਡ ਗਈ ਸੀ ਅਕਾਲੀ ਦਲ, ਉਸ ਮਸਲੇ ਦੀ ਵੀ ਚਰਚਾ ਹੋਈ ਕਿ ਕਦੇ ਆਊਗੀ ਕਿ ਨਹੀਂ ਨਾਲ? ਵਾਲੀ ਪਾਰਟੀ ਦੀ ਤਾਂ ਉਹਨਾਂ ਦੀ ਆਪਣੀ ਸੋਚ ਹੈ। ਉਹਨਾਂ ਨੂੰ ਲੱਗਦਾ ਵੀ ਸਾਡਾ ਸਿੱਖ ਭਾਈਚਾਰਾ ਘਟੀ ਜਾਂਦਾ, ਉਹ ਤਾਂ ਉਹ ਵੀ ਘਟ ਗਿਆ। ਸਿੱਖ ਭਾਈਚਾਰਾ ਕਿਸਾਨ ਅੰਦੋਲਨ ਕਰਕੇ ਨਹੀਂ ਉਹਨਾਂ ਨਾਲੋਂ ਘਟਿਆ, ਸਾਡੇ ਨਾਲ ਵੀ ਤਾਂ ਕਿਸਾਨ ਸਿੱਖ ਭਾਈਚਾਰਾ ਹੈਗਾ। ਉਹ ਸਿਰਫ ਇਸ ਕਰਕੇ ਘਟਿਆ ਹੈ ਕਿ ਜਿਹੜਾ ਇਹ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਉਹਦੇ ਕਰਕੇ ਸਿੱਖ ਮਾਫ ਨਹੀਂ ਕਰ ਰਿਹਾ। ਕਦੇ ਵਿਚਾਰ ਹੋ ਸਕਦਾ ਉਹਨਾਂ ਦੇ ਨਾਲ ਵੀ ਕਿ ਜਾਂ ਪੱਕੇ ਤੌਰ ਤੇ ਤੋੜ ਵਿਛੋੜਾ ਹੋ ਗਿਆ? ਕਿਆ ਪੱਕੇ ਤੌਰ ਤੇ ਤੋੜ ਵਿਛੋੜਾ ਹੋ ਗਿਆ ਜਾਂ ਕਦੇ ਹੱਥ ਮਿਲਾਏ ਜਾ ਸਕਦੇ ਅਕਾਲੀ ਦਲ ਦੇ ਨਾਲ ਦੁਬਾਰਾ? ਰਾਜਨੀਤੀ ਤਾਂ ਹੱਥ ਮਿਲਦੇ ਰਹਿੰਦੇ, ਟੁੱਟਦੇ ਰਹਿੰਦੇ, ਤਾਂ ਚੱਲਿਆ ਰਹਿੰਦਾ ਕੰਮ। ਜੇ ਕਦੇ ਮੌਕਾ ਲੱਗਿਆ ਤਾਂ ਸੰਭਾਵਨਾ ਬਣੀ ਤਾਂ ਮਿਲ ਵੀ ਸਕਦਾ। ਹਾਲੇ ਤਾਂ ਕੋਈ ਸੰਭਾਵਨਾ ਹੈ ਨਹੀਂ, ਕਿਉਂਕਿ ਸੁਖਬੀਰ ਨੇ ਤਾਂ ਇੰਨੇ ਦੂਰ ਕਰਤੇ ਸਾਰੇ, ਉਹ ਤਾਂ ਆਪਣੇ ਭਰਾ ਦੂਰ ਕਰਤੇ, ਅਸੀਂ ਤਾਂ ਦੂਰ ਪੈਨੇ ਆ। ਜਿਹੜੇ ਅਕਾਲੀ ਦਲ ਅਲੱਗ ਬਣਿਆ ਉਹ ਇਹਦੀ ਪ੍ਰਧਾਨਗੀ 'ਚ ਹੋਇਆ, ਜਿੰਨੇ ਵੀ ਗਏ ਆ। ਰੋਟੀ ਕਿਹੜੀਆਂ ਗੱਲਾਂ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਜਦੋਂ ਵਿਚਰੋਗੇ ਤੁਸੀਂ ਇਲੈਕਸ਼ਨ ਕੈਂਪੇਨ ਦੌਰਾਨ? ਕੀ ਗੱਲਾਂ ਲੈ ਕੇ? ਬੜੀ ਗੱਲ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ, ਫਿਰ ਕਿਸਾਨਾਂ ਦੀ ਉਹਨੂੰ ਸਹੀ ਕੀਮਤ ਮਿਲੇ।
ਆ ਜਿਹੜਾ ਭ੍ਰਸ਼ਟਾਚਾਰ ਹੈ ਇਹ ਖਤਮ ਹੋਵੇ, ਜਿਹੜੀਆਂ ਨੌਕਰੀਆਂ ਮੁੱਲ ਵਿਕਦੀਆਂ ਉਹ ਬੰਦ ਹੋਣ, ਨਸ਼ਾ, ਰੇਤਾ ਬਜਰੀ, ਇਹ ਸਾਰੇ ਜਿਹੜੇ ਗੋਰਖ ਧੰਦੇ ਸਰਕਾਰ ਦੇ ਲੋਕ ਵਿੱਚ ਬੈਠੇ ਚਲਾਉਂਦੇ ਆ ਉਹ ਬੰਦ ਹੋ ਜਾਣਗੇ ਤੇ ਲੋਕਾਂ ਦੀ ਆਮਦਨੀ ਆਪੇ ਮਾਕੂਲ ਹੋ ਜਾਏਗੀ। ਬੀਜੇਪੀ ਨੇ ਅੱਜ ਤੋਂ ਚੋਣ ਪ੍ਰਚਾਰ ਦੀ ਤਿਆਰੀ ਕਰ ਲਈ ਹੈ। 2022 ਦੇ ਚੋਣ ਨੂੰ ਲੈ ਕੇ ਤਿਆਰੀਆਂ ਹੋ ਰਹੀਆਂ ਨੇ। ਮੀਟਿੰਗ ਕੀਤੀ ਗਈ ਹੈ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ, ਹਿੰਦੂ ਭਾਈਚਾਰੇ ਦੇ ਲੋਕਾਂ ਦੇ ਨਾਲ ਵੀ, ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਵੀ ਆਉਣ ਵਾਲੇ ਦਿਨਾਂ 'ਚ ਕਹਿੰਦੇ ਕਿ ਮੀਟਿੰਗ ਕੀਤੀ ਜਾਏਗੀ। ਇਹ ਸਾਰੇ ਵਰਗਾਂ ਨੂੰ ਇਹਨਾਂ ਦਾ ਦਾਅਵਾ ਹੈ ਕਿ ਅਸੀਂ ਨਾਲ ਲੈ ਕੇ ਚੱਲਾਂਗੇ। ਪਰ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵੀ ਮਦਨ ਮੋਹਨ ਮਿੱਤਲ ਹੁਣੀ ਕਹਿ ਰਹੇ ਨੇ ਕਿ ਜਲਦੀ ਮਸਲਾ ਹੱਲ ਹੋਵੇ, ਅਸੀਂ ਵੀ ਇਹੋ ਚਾਹੁੰਦੇ ਹਾਂ। ਔਰ ਸੀਨੀਅਰ ਲੀਡਰਸ਼ਿਪ ਵੀ ਕਹਿੰਦੇ ਕਿ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ। ਸ਼ਾਇਦ ਕੋਈ ਨਾ ਕੋਈ ਹਰੀ ਝੰਡੀ ਜ਼ਰੂਰ ਮਿਲੀ ਹੋਏਗੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵੱਡੀ ਮੀਟਿੰਗ ਕੀਤੀ ਗਈ ਹੈ। ਬੀਜੇਪੀ ਵੱਲੋਂ ਦਾਅਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਅਸੀਂ ਸਾਨੂੰ ਲੋਕਾਂ ਦਾ ਚੰਗਾ ਰਿਸਪਾਂਸ ਮਿਲੇਗਾ, ਪਰ ਦੇਖਣਾ ਹੋਏਗਾ ਕਿ 2022 ਦੇ ਵਿੱਚ ਲੋਕਾਂ ਦਾ ਕਿਹਨੂੰ ਜ਼ਿਆਦਾ ਸਪੋਰਟ ਮਿਲਦਾ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।